ਵਾਲੇਕੁਮ ਜੀ। ਕੀ ਹਾਲ ਚਾਲ ਮੇਰੇ ਵੀਰਾਂ ਦਾ? ਠੀਕ ਠਾਕ ਨੇ ਜਨਾਬ। ਮੈਂ ਤੁਹਾਡਾ ਆਪਣਾ ਵੀਰ ਮੰਝ ਨਾਠ ਵਾਲਾ। ਤੇ ਅੱਜ ਗੱਲ ਕਰਾਂਗੇ ਕਿ ਸਿਆਣੇ ਬੰਦੇ ਦੁਨੀਆ ਤੋਂ ਚਲੇ ਗਏ ਆ ਤੇ ਜਿਹੜੇ ਨਿਆਣੇ ਸੀ ਉਹ ਹੁਣ ਸਿਆਣੇ ਹੋ ਗਏ ਆ। ਲੇਕਿਨ ਨਾ ਹੁਣ ਜਿਹੜੇ ਕੁਛ ਹੁਣ ਸਿਆਣੇ ਆ ਨਾ, ਉਹ ਗੱਲ ਕਰਦੇ ਆ ਕਿ ਸਾਡਾ ਦੌਰ ਬੜਾ ਚੰਗਾ ਸੀ, ਬੜਾ ਸੋਹਣਾ ਸੀ, ਰੱਜ ਕੇ ਰੋਟੀ ਖਾਈਦੀ ਸੀ, ਇੱਕ ਜਣਾ ਕਮਾਉਂਦਾ ਸੀ, 10 ਜਣੇ ਖਾਂਦੇ ਸੀ ਤੇ ਰੋਟੀ ਵਾਧੂ ਹੁੰਦੀ ਸੀ, ਨਹੀਂ ਸੀ ਮੁੱਕਦੀ। ਦੌਰ ਹੁਣ ਵੀ ਉਹੀ ਆ, ਲੇਕਿਨ ਸਾਡੀਆਂ ਖਵਾਇਸ਼ਾਂ ਹੀ ਇੰਨੀਆਂ ਵੱਧ ਗਈਆਂ ਵਾ, ਸਾਡਾ ਆਪਣੇ ਆਪ 'ਤੇ ਕੰਟਰੋਲ ਹੀ ਨਹੀਂ ਰਿਹਾ। ਅਸੀਂ ਲੋਕਾਂ ਦਾ ਮੂੰਹ ਲਾਲ ਵੇਖ ਵੇਖ ਕੇ ਨਾ ਆਪਣਾ ਚੰਡਾ ਮਾਰ ਮਾਰ ਕੇ ਕਰ ਲਿਆ। ਉਹ ਗੱਲ ਉਹਨਾਂ ਦੀ ਬਜਾ ਵਾ, ਉਦੋਂ ਇੱਕ ਕਮਾਉਂਦਾ ਸੀ ਤੇ 10 ਜਣੇ ਖਾਂਦੇ ਸੀ, ਖਾਂਦੇ ਸਿਰਫ ਰੋਟੀ ਸੀ। ਹੁਣ ਵੀ ਇੱਕ ਜਣਾ ਕਮਾਵੇ ਨਾ ਤੇ 10 ਜਣੇ ਇਕੱਲੇ ਰੋਟੀ ਤੇ ਹੋਣ, ਤੇ ਮੇਰਾ ਖਿਆਲ ਆ ਕਿ ਅਸੀਂ ਉਹਨਾਂ ਨੂੰ 3 ਟਾਈਮ ਰੋਟੀ ਚੰਗੀ ਤਰ੍ਹਾਂ ਇੱਕ ਜਣਾ ਕਮਾ ਕੇ ਖਵਾ ਸਕਦਾ। ਦੇਖੋ ਜੀ, ਉਦੋਂ ਪੈਲੀ ਦਾ ਠੇਕਾ 1200-1300 ਰੁਪਈਆ ਹੁੰਦਾ ਸੀ, ਹੁਣ 2 ਲੱਖ ਰੁਪਈਆ ਪੈਲੀ ਦਾ ਠੇਕਾ ਹੋ ਗਿਆ। ਉਦੋਂ ਕਿਸੇ ਘਰ 'ਚ ਕਾਰ ਨਹੀਂ ਸੀ ਹੁੰਦੀ, ਕਿਸੇ ਘਰ 'ਚ ਮੋਟਰਸਾਈਕਲ ਨਹੀਂ ਸੀ ਹੁੰਦਾ, ਕਿਸੇ ਕੋਲ ਮੋਬਾਇਲ ਨਹੀਂ ਸੀ ਹੁੰਦਾ, ਇੱਕ ਸੂਟ ਹੁੰਦਾ ਸੀ ਆਉਣ ਜਾਣ ਨੂੰ। ਹੁਣ 12-14 20 ਸੂਟ ਆ ਇੱਕ ਇੱਕ ਜਣੇ ਕੋਲ। ਜਿਹੜੀ ਜਨਾਨੀ ਇੱਕ ਸੂਟ ਵਿਆਹ 'ਤੇ ਪਾ ਲੈਂਦੀ ਆ ਨਾ, ਉਹ ਮੁੜ ਕੇ ਉਹਨੂੰ ਭਾਵੇਂ ਸਾੜ ਦਿਓ, ਭਾਵੇਂ ਪਾੜ ਦਿਓ, ਭਾਵੇਂ ਦਫਨਾ ਦਿਓ, ਉਹਨੇ ਹੋਰ ਵਿਆਹ 'ਤੇ ਉਹ ਸੂਟ ਨਹੀਂ ਪਾਉਣਾ, ਭਾਵੇਂ 20,000 ਦਾ ਵੀ ਤੁਸੀਂ ਲੈ ਤਾ। ਉਦੋਂ ਸਾਡੀਆਂ ਬੀਬੀਆਂ ਹਯਾ ਵਾਲੀਆਂ ਸੀਗੀਆਂ, ਸਮਝਦਾਰ ਸੀਗੀਆਂ, ਸਿਆਣੀਆਂ ਸੀਗੀਆਂ। ਆਹ ਨੈੱਟ, ਮੋਬਾਇਲ, TV, ਡਰਾਮੇ, LCDਆਂ 'ਤੇ ਆਹ ਨਵੇਂ ਨਵੇਂ ਫੈਸ਼ਨ ਨਹੀਂ ਸੀ ਵਿਖਾਉਂਦੇ, ਜਿਹੜੀਆਂ ਵੇਖ ਵੇਖ ਕੇ ਹੁਣ ਇਹ ਸਾਡੇ ਹਿਸਾਬ ਕਿਤਾਬ 'ਚ ਨਹੀਂ ਆ ਰਹੀਆਂ। ਠੀਕ ਹੈ ਨਾ? ਉਦੋਂ ਜਿੰਨੇ ਬੰਦੇ ਸੀ ਉਨੇ ਉੱਥੇ ਮੋਟਰਸਾਈਕਲ ਨਹੀਂ ਸੀ ਹੁੰਦੇ। ਹੁਣ ਜਿੰਨੇ ਘਰ 'ਚ ਮਰਦ ਆ ਉਨੇ ਮੋਟਰਸਾਈਕਲ ਆ, ਜਿੰਨੇ ਮੋਟਰਸਾਈਕਲ ਆ ਉਹ ਉਨੇ ਮੋਟਰਸਾਈਕਲਾਂ 'ਚ ਡੇਲੀ 300 ਦਾ ਤੇਲ ਸਾੜਦੇ। 50-50, 60-60 ਹਜ਼ਾਰ ਦਾ, ਲੱਖ ਦਾ, 2-2 ਲੱਖ ਦਾ ਮੋਬਾਇਲ ਆ ਜਿੰਨੇ ਜੀ ਆ। ਉਦੋਂ ਇਹ ਨਹੀਂ ਸੀ ਹੁੰਦਾ। ਉਦੋਂ ਇੱਕ ਸੂਟ ਹੁੰਦਾ ਸੀ, 15-20 ਸੂਟ ਨਹੀਂ ਸੀ ਹੁੰਦੇ। ਉਦੋਂ ਪੂਰੇ ਪਿੰਡ 'ਚ ਸ਼ਾਇਦ ਕੋਈ ਇੱਕ ਕਾਰ ਹੋਵੇ। ਹੁਣ ਹਰ ਚੌਥੇ ਪੰਜਵੇਂ ਘਰ 'ਚ ਕਾਰਾਂ ਵਾ। ਕਿਸੇ ਕੋਲ ਲੱਖ ਵਾਲੀ, ਕਿਸੇ ਕੋਲ 5 ਲੱਖ ਵਾਲੀ, ਕਿਸੇ ਕੋਲ 20 ਲੱਖ ਵਾਲੀ, ਕਿਸੇ ਕੋਲ 50 ਲੱਖ ਵਾਲੀ, ਕਿਸੇ ਕੋਲ 70 ਲੱਖ ਵਾਲੀ, ਕਿਸੇ ਕੋਲ ਕਰੋੜ ਵਾਲੀ, 1.5 ਕਰੋੜ ਵਾਲੀ ਕਾਰ ਵੀ ਆ ਸਾਡੇ ਪਿੰਡ 'ਚ। ਕੋਠੀਆਂ ਉੱਦਾਂ ਦੀਆਂ ਇੰਗਲੈਂਡ UK ਨਹੀਂ ਬਣੀਆਂ ਜਿੱਦਾਂ ਦੀਆਂ ਸਾਡੇ ਪਿੰਡ ਬਣੀਆਂ। ਮੈਂ ਆਪਣੇ ਪਿੰਡ ਦੀ ਗੱਲ ਕਰਦਾ। ਇੰਨਾ ਪੈਸਾ ਦੁਨੀਆ ਕੋ। ਕਹਿੰਦੇ ਉਹ ਦੌਰ ਚੰਗਾ ਸੀ। ਓਏ ਆਹ ਦੌਰ ਵੀ ਚੰਗਾ ਵਾ, ਅਸੀਂ ਨਹੀਂ ਚੰਗੇ ਹੈਗੇ। ਉਦੋਂ ਸਰਕਾਰੀ ਸਕੂਲੇ ਸਾਰੇ ਨਿਆਣੇ ਪੜ੍ਹਦੇ ਹੁੰਦੇ ਸੀ, ਗਰੀਬ ਦੇ, ਅਮੀਰ ਦੇ, ਟਾਟਾਂ 'ਤੇ ਬਹਿ ਕੇ। ਹੁਣ ਇੱਥੋਂ ਗੱਡੀ ਸ਼ਹਿਰ ਲੈ ਕੇ ਜਾਂਦੀ DPS, ਜਿਹੜੇ ਚੰਗੇ ਉੱਚੇ ਉੱਚੇ ਸਕੂਲ ਆ ਉੱਥੇ ਪੜ੍ਹਾਉਣ ਜਾਂਦੇ ਨਿਆਣਿਆਂ ਨੂੰ। ਉਦੋਂ ਬੱਚਾ ਬਿਮਾਰ ਹੋ ਜਾਂਦਾ ਸੀ ਤੇ ਪਿੰਡ 'ਚ ਹਕੀਮ ਜਾਂ ਕੋਈ ਜਿਹੜਾ ਪਿੰਡ ਦਾ ਡਿਸਪੈਂਸਰ ਹੁੰਦਾ ਸੀ, ਉਹਦੇ ਕੋਈ ਦਵਾਈ ਲੈਂਦੇ ਸੀ ਤੇ ਆਰਾਮ ਵੀ ਆ ਜਾਂਦਾ ਸੀ। ਸਾਡਾ ਯਕੀਨ ਸੀ। ਹੁਣ ਸ਼ਹਿਰ ਲੈ ਕੇ ਜਾਂਦੇ, ਜਿਸ ਡਾਕਟਰ ਦੀ 2000 ਰੁਪਈਆ ਫੀਸ ਆ ਨਾ, ਉਸ ਡਾਕਟਰ ਕੋਲ ਬੱਚੇ ਨੂੰ ਚੈੱਕ ਕਰਾਉਂਦੇ ਤੇ ਆਪ ਵੀ ਚੈੱਕ ਕਰਾਉਂਦੇ। ਤੇ ਇਹ ਦੌਰ ਚੰਗਾ ਸੀ ਕਿ ਉਹ ਚੰਗਾ ਸੀ? ਉਦੋਂ ਵਿਆਹਾਂ ਸ਼ਾਦੀਆਂ 'ਤੇ ਥੱਲੇ ਬਹਾ ਕੇ ਪੂਰੀ ਬਰਾਤ ਨੂੰ ਜਾਂ ਜੰਝ ਨੂੰ ਥੱਲੇ ਬਹਾ ਕੇ ਕੱਚੀਆਂ ਪਿਆਲੀਆਂ ਦੇ ਵਿੱਚ ਤੰਦੂਰ ਦੀਆਂ ਜਾਂ ਤਵੀ ਦੀਆਂ ਲੱਗੀਆਂ ਰੋਟੀਆਂ, ਕੌਲੀ 'ਚ ਛੋਰੇ ਵਾਲਾ ਸਾਲਣ, ਇੱਕ ਇੱਕ ਬੋਟੀ, ਉਹ ਬਹਾ ਕੇ ਖਵਾਉਂਦੇ ਸੀ। ਕੋਈ ਹਲਵਾ ਪੱਕਾ ਹੁੰਦਾ ਸੀ ਮਿੱਠੇ ਦੇ ਵਿੱਚ ਜਾਂ ਗੁੜ ਵਾਲੇ ਚੌਲ। ਹੁਣ ਮੈਂ ਡਿਸ਼ਾਂ ਗਿਣਾਵਾਂ। ਆਮ ਬੰਦਾ ਜਿਹੜਾ ਵਾ, ਮੱਛੀ, ਸਟੀਮ, ਕੀਮਾ, ਵੱਡਾ ਗੋਸ਼ਤ, ਛੋਟਾ ਗੋਸ਼ਤ, ਗਜਰੇਲਾ, ਚਾਹ, ਬੋਤਲਾਂ, ਕਸਟਰ, ਰਸ਼ੀਅਨ ਸੈਲਡ। ਇਹ ਦੌਰ ਚੰਗਾ ਸੀ ਕਿ ਉਹ ਦੌਰ ਚੰਗਾ ਸੀ? ਉਦੋਂ ਬੱਚਿਆਂ ਨੂੰ ਪੈਂਪਰ ਨਹੀਂ ਸੀ ਲੱਗਦੇ, ਸਿਰੀਲੈਕ ਨਹੀਂ ਸੀ ਹੁੰਦੇ। ਹੁਣ ਬੱਚਾ ਜੰਮਦਾ ਹੀ 500 ਰੁਪਈਆ ਦਿਹਾੜੀ 'ਚ ਉਹਦਾ ਖਰਚਾ ਵਾ, ਜਿਵੇਂ ਉਹਦੀਆਂ ਅਸੀਂ ਕਿਸ਼ਤਾਂ ਲਾਉਣ ਡਏ ਹਾਂ।
ਉਹਨੂੰ ਪੈਂਪਰ ਹੀ ਲੱਗਣਾ 4 ਟਾਈਮ 5 ਟਾਈਮ ਪੈਂਪਰ ਹੀ ਲੱਗਣਾ, ਤੇ ਪੈਂਪਰ 50 60 70 ਰੁਪਏ ਤੋਂ ਘੱਟ ਨਹੀਂ ਆਉਂਦਾ। ਉਹ ਸਿਰੀਲੈਕ ਖਾਂਦਾ ਵਾ, ਉਹ ਮਾਂ ਦਾ ਦੁੱਧ ਨਹੀਂ ਪੀਂਦਾ, ਉਹ ਮੈਜੀ ਦੁੱਧ ਪੀਂਦਾ। ਉਦੋਂ ਨਾ ਕੋਈ ਮੈਜੀ ਹੁੰਦਾ ਸੀ, ਨਾ ਪੈਂਪਰ ਹੁੰਦੇ ਸੀ, ਨਾ ਸਿਰੀਲੈਕ ਹੁੰਦਾ ਸੀ। ਉਦੋਂ ਸਾਡਾ ਯਕੀਨ ਅੱਲਾ ਤੇ ਸੀ, ਹੁਣ ਸਾਡਾ ਯਕੀਨ ਡਾਕਟਰਾਂ ਤੇ ਆ ਗਿਆ। ਉਦੋਂ ਸਾਡਾ ਅੱਲਾ ਤੇ ਬਹੁਤ ਯਕੀਨ ਸੀਗਾ, ਤੇ ਸਾਨੂੰ ਆਰਾਮ ਵੀ ਆਉਂਦਾ ਸੀਗਾ। ਠੀਕ ਆ, ਸਾਡਾ ਅੱਲਾ ਤੋਂ ਯਕੀਨ ਉੱਠ ਗਿਆ, ਅਸੀਂ ਸਲਾਮ ਤੋਂ ਪਿੱਛੇ ਹੁੰਦੇ ਜਾਂਦੇ ਹਾਂ। ਇਹ ਸਾਡਾ ਦੀਨ ਤੋਂ ਦੂਰੀ ਦੀ ਵਜ੍ਹਾ ਵਾ, ਜਿਹੜੀ ਸਾਨੂੰ ਭੁੱਖ ਪਈ ਹੈ ਨਾ, ਭੁੱਖ ਤੇ ਹਲੇ ਪਈ ਨਹੀਂ, ਇਹ ਜਿਹੜੀ ਅੰਦਰੂਨੀ ਭੁੱਖ ਹਵਸ ਪਈ ਹੈ ਨਾ, ਸਾਨੂੰ ਹਰ ਬੰਦੇ ਨੂੰ ਹਵਸ ਪਈ ਆ। ਕੋਈ ਕਹਿੰਦਾ ਮੈਂ ਬਾਹਰ ਚਲ ਜਾ, ਕੋਈ ਕਹਿੰਦਾ ਮੈਂ ਇੱਥੇ ਇਹ ਕਰ ਲਾਂ ਉਹ ਕਰ ਲਾਂ। ਸਾਡਾ ਰੋਟੀ ਤੱਕ ਤੇ ਤਲਕ ਰਿਹਾ ਹੀ ਨਹੀਂ, ਜੁੱਤੀ ਕੱਪੜਾ ਮਕਾਨ ਔਰ ਖਾਣੇ ਤੱਕ ਸਾਡੀ ਖਵਾਇਸ਼ ਰਹੀ ਨਹੀਂ। ਸਾਡੀਆਂ ਖਵਾਇਸ਼ਾਂ ਕਾਰਾਂ, ਅਸੀਂ ਪਤਾ ਨਹੀਂ ਦਿਮਾਗ 'ਚ ਕਿਹੜਾ ਕਿਹੜਾ ਆਪਣਾ ਫਿਊਚਰ ਸੋਚ ਕੇ ਬੈਠੇ ਹਾਂ। ਸਾਨੂੰ ਆਪਣੇ ਦੋਸਤਾਂ ਦਾ ਪਤਾ ਨਹੀਂ ਆਉਣੇ ਆ ਕਿ ਨਹੀਂ ਆਉਣੇ। ਅਸੀਂ ਆਪਣੀ ਜ਼ਿੰਦਗੀ ਦੀ ਇੰਝ ਪਲੈਨਿੰਗ ਕਰਨ ਡਏ ਜਿਵੇਂ ਪੂਰੀ ਜ਼ਿੰਦਗੀ ਇੱਥੇ ਰਹਿਣ ਆਏ ਹਾਂ। ਅਸਲ 'ਚ ਸਾਡੀ ਇਹ ਦੀਨ ਤੋਂ ਦੂਰੀ ਆ। ਸਾਡਾ ਤਲਕ ਰੋਟੀ ਤੱਕ ਰਵੇ ਨਾ, ਕਿ ਅਸੀਂ ਰੋਟੀ ਕਮਾਉਣੀ ਆ ਤੇ ਖਾਣੀ ਆ, ਤੇ ਅੱਲਾ ਦੀ ਕਸਮੇ ਅਸੀਂ ਕਦੀ ਵੀ ਇੱਦਾਂ ਜ਼ਲੀਲ ਨਾ ਹੋਈਏ। ਉਦੋਂ ਏਸੀ ਨਹੀਂ ਸੀ ਹੁੰਦੇ, ਉਦੋਂ ਫਰਿੱਜਾਂ ਨਹੀਂ ਸੀ ਹੁੰਦੀਆਂ, ਵਾਸ਼ਿੰਗ ਮਸ਼ੀਨਾਂ ਨਹੀਂ ਸੀ ਹੁੰਦੀਆਂ, ਓਵਨ ਨਹੀਂ ਸੀ ਹੁੰਦੇ, ਇਸਤਰੀਆਂ ਨਹੀਂ ਸੀ ਹੁੰਦੀਆਂ, ਤੇ ਸਕੂਨ ਹੀ ਹੋਣਾ ਸੀ, ਖਰਚੇ ਹੀ ਨਹੀਂ ਸੀਗੇ। ਹੁਣ ਖਰਚੇ ਕਿਉਂ ਆ ਇੰਨੇ? ਹੁਣ ਸਾਡੀਆਂ ਖਵਾਇਸ਼ਾਂ ਬਹੁਤ ਵੱਧ ਗਈਆਂ। ਹੁਣ ਤਾਂ ਸਾਨੂੰ ਨਹਾਉਣ ਲਈ ਵੀ ਉਹ ਗੀਜ਼ਰ 'ਚ ਪਾਣੀ ਗਰਮ ਚਾਹੀਦਾ ਵਾ, ਤੇ ਇਸ ਕਰਕੇ ਸਾਡੀਆਂ ਖਵਾਇਸ਼ਾਂ ਬਹੁਤ ਵੱਧ ਗਈਆਂ ਵਾ। ਸਾਨੂੰ ਆਪਣੀਆਂ ਖਵਾਇਸ਼ਾਂ 'ਤੇ ਕੰਟਰੋਲ ਰੱਖਣਾ ਚਾਹੀਦਾ ਵਾ। ਜ਼ਿੰਦਗੀ ਹੁਣ ਵੀ ਬੜੀ ਹਸੀਨ ਆ, ਬੜੀ ਪਿਆਰੀ ਗੁਜ਼ਰ ਸਕਦੀ ਆ। ਠੀਕ ਆ, ਰਿਜ਼ਕ ਦਾ ਜਿਹੜਾ ਵਾਅਦਾ ਅੱਲਾ ਨੇ ਕੀਤਾ, ਤੁਸੀਂ ਮਿਹਨਤ ਕਰੋ, ਤੁਹਾਨੂੰ ਮਿਲਣਾ ਹੀ ਮਿਲਣਾ ਵਾ। ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਚੰਡਾ ਮਾਰ ਮਾਰ ਕੇ ਲਾਲ ਨਾ ਕਰੋ, ਤੇ ਜ਼ਿੰਦਗੀ ਨੂੰ ਦੀਨ ਦੇ ਮੁਤਾਬਕ, ਸਲਾਮ ਦੇ ਮੁਤਾਬਕ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਦੇ ਮੁਤਾਬਕ ਗੁਜ਼ਾਰਨ ਦੀ ਕੋਸ਼ਿਸ਼ ਕਰੋ। ਤੁਹਾਡੀ ਜ਼ਿੰਦਗੀ ਬੜੀ ਹਸੀਨ ਹੋ ਜਾਏਗੀ। ਦੁਆਵਾਂ 'ਚ ਯਾਦ ਰੱਖਿਓ। ਤੁਹਾਡਾ ਆਪਣਾ ਵੀਰ ਮੰਝ ਨਾਹਠ ਵਾਲਾ। ਰੱਬ ਰਾਖਾ।